सियासी लीडरां दी 2 नंबर दी कमाई ने गंदलियां कीतियां ने धार्मिक चोणां। सत श्री अकाल जी दा खालस टीवी दी खालस रिपोर्ट दे विच सब दा स्वागत है। मैं हरशरण कौर। ਅੱਜ ਗੱਲ ਕਰਾਂਗੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ ਦੀ। ਦੁਨੀਆ ਦਾ ਸ਼ਾਇਦ ਹੀ ਕੋਈ ਧਰਮ ਹੋਵੇ ਜਿਸ ਦੀ ਕਮੇਟੀ ਦੀ ਚੋਣ ਆਮ ਚੋਣਾਂ ਵਾਂਗੂ ਹੁੰਦੀ ਹੋਵੇ ਲੋਕਾਂ ਦੀਆਂ ਵੋਟਾਂ ਦੇ ਨਾਲ, ਪਰ ਸਿੱਖਾਂ ਦੀਆਂ ਭਾਰਤ ਦੇ ਵਿੱਚ 2 ਵੱਡੀਆਂ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੋਵੇਂ ਗੁਰਦੁਆਰਾ ਸਾਹਿਬਾਨਾਂ ਦੀ ਸਾਂਭ ਸੰਭਾਲ ਅਤੇ ਧਰਮ ਪ੍ਰਚਾਰ ਕਰਨ ਵਾਲੀਆਂ ਕਮੇਟੀਆਂ ਨੇ ਤੇ ਇਹ ਦੋਵੇਂ ਕਮੇਟੀਆਂ ਵੋਟਾਂ ਦੇ ਰਾਹੀਂ ਚੁਣੀਆਂ ਜਾਂਦੀਆਂ ਨੇ। ਵੱਡੀ ਤਰਾਸਦੀ ਇਹ ਹੈ ਕਿ ਗੁਰੂ ਘਰਾਂ ਦੀਆਂ ਕਮੇਟੀਆਂ ਲਈ ਪੈਂਦੀਆਂ ਵੋਟਾਂ ਲੈਣ ਦੇ ਤਰੀਕੇ ਆਮ ਵੋਟਾਂ ਵਾਂਗ ਹੀ ਗੰਧਲੇ ਹੋ ਗਏ ਨੇ। ਕਹਿਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਤੁਸੀਂ ਸਾਰੇ ਸਿੱਖ ਵੋਟਰ ਚੰਗੀ ਤਰ੍ਹਾਂ ਜਾਣਦੇ ਵੀ ਹੋ ਕਿ ਪੈਸਾ, ਸ਼ਰਾਬ ਤੇ ਹੋਰ ਸਾਧਨਾਂ ਦੀ ਇਹਨਾਂ ਵੋਟਾਂ ਦੇ ਵਿੱਚ ਰੱਜ ਕੇ ਵਰਤੋਂ ਹੁੰਦੀ ਹੈ, ਕਿਉਂਕਿ ਕਮੇਟੀ ਦੇ ਚੋਣ ਮੈਦਾਨ ਵਿੱਚ ਨਿਤਰਨ ਵਾਲੀਆਂ ਵੀ ਉਹੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਸੱਤਾ ਉੱਤੇ ਵਾਰੋ-ਵਾਰੀ ਕਾਬਜ਼ ਰਹਿੰਦੀਆਂ ਨੇ। ਖੈਰ, ਕੱਲ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਵੋਟਾਂ ਪੈਣੀਆਂ ਨੇ। ਚੋਣ ਮੈਦਾਨ ਦੇ ਵਿੱਚ 3 ਮੁੱਖ ਪਾਰਟੀਆਂ ਨਿਤਰੀਆਂ ਹੋਈਆਂ ਨੇ: ਸ਼੍ਰੋਮਣੀ ਅਕਾਲੀ ਦਲ ਦਿੱਲੀ, ਜਾਗੋ ਪਾਰਟੀ। ਚੌਥੀ ਪਾਰਟੀ ਇੱਕ ਹੋਰ ਵੀ ਹੈ, ਸਿੱਖ ਸਦਭਾਵਨਾ ਦਲ। ਸਰਨਾ ਭਰਾਵਾਂ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਾਲੀ ਪੰਥਕ ਅਕਾਲੀ ਲਹਿਰ ਨੇ ਗੱਠਜੋੜ ਕੀਤਾ ਹੈ। ਨਿਰੋਲ ਸਿੱਖਾਂ ਦੀ ਕਮੇਟੀ ਹੋਣ ਵਾਸਤੇ ਚੋਣਾਂ ਦੇ ਵਿੱਚ ਵੋਟਰ ਵੀ ਸਿੱਖ ਹੀ ਹੋਣਗੇ। ਸਿੱਖ ਵੋਟਰ ਕਿਹੜੀ ਪਾਰਟੀ ਨੂੰ ਇਸ ਵਾਰੀ ਗੁਰੂ ਘਰਾਂ ਦੀ ਸੇਵਾ ਸੌਂਪਦੇ ਨੇ, ਇਹ ਤਾਂ 25 ਅਗਸਤ ਨੂੰ ਨਤੀਜੇ ਵਾਲੇ ਦਿਨ ਹੀ ਪਤਾ ਲੱਗੇਗਾ। ਖਾਸ ਰਿਪੋਰਟ ਦੇ ਵਿੱਚ ਇਹ ਵੀ ਜਾਣਾਂਗੇ ਕਿ ਕਮੇਟੀ ਲਈ ਕੌਣ ਵੋਟਾਂ ਪਾਉਣ ਦੇ ਯੋਗ ਹੁੰਦਾ ਹੈ, ਕਿਉਂਕਿ ਹਰ ਸਿੱਖ ਇਸ ਵੋਟ ਦੇ ਵਿੱਚ ਵੋਟ ਪਾਉਣ ਦਾ ਹੱਕਦਾਰ ਨਹੀਂ ਹੁੰਦਾ। ਸਰਕਾਰ ਦੇ ਵੱਲੋਂ ਇਸ ਤੋਂ ਪਹਿਲਾਂ 3 ਵਾਰੀ ਚੋਣਾਂ ਮੁਲਤਵੀ ਕੀਤੀਆਂ ਗਈਆਂ ਨੇ। ਪਹਿਲਾਂ 25 ਅਪ੍ਰੈਲ ਨੂੰ ਤਰੀਕ ਹੈ ਜਿਹੜੀ ਉਹ ਰੱਖੀ ਗਈ ਸੀ, ਫਿਰ 18 ਜੁਲਾਈ ਨੂੰ ਵੀ ਕਰੋਨਾ ਦੀ ਆੜ ਕਰਕੇ ਚੋਣਾਂ ਮੁਲਤਵੀ ਕਰ ਦਿੱਤੀਆਂ ਸੀ। ਤੀਜੀ ਵਾਰੀ 8 ਅਗਸਤ ਨੂੰ ਚੋਣਾਂ ਦਾ ਐਲਾਨ ਕੀਤਾ ਗਿਆ ਤੇ ਹੁਣ 46 ਹਲਕਿਆਂ ਦੇ ਲਈ ਯਾਨੀ ਕਿ 46 ਸੀਟਾਂ ਦੇ ਲਈ 22 ਅਗਸਤ ਯਾਨੀ ਕਿ ਕੱਲ ਨੂੰ ਐਤਵਾਰ ਨੂੰ ਵੋਟਾਂ ਪੈਣਗੀਆਂ। ਦਿੱਲੀ ਕਮੇਟੀ 10 ਪ੍ਰਮੁੱਖ ਗੁਰਦੁਆਰਿਆਂ ਦਾ ਪ੍ਰਬੰਧ ਦੇਖ ਰਹੀ ਹੈ, ਜਿਹੜੇ ਕਿ ਖਾਸ ਤੌਰ ਤੇ ਦਿੱਲੀ ਦੇ ਇਤਿਹਾਸਿਕ ਗੁਰੂ ਘਰ ਨੇ। ਗੁਰੂ ਘਰਾਂ ਦੇ ਪ੍ਰਬੰਧ ਤੋਂ ਬਿਨਾਂ 4 ਕਾਲਜ ਅਤੇ 11 ਸਕੂਲ ਵੀ ਕਮੇਟੀ ਦੇ ਵੱਲੋਂ ਚਲਾਏ ਜਾ ਰਹੇ ਨੇ। ਕਮੇਟੀ ਦਾ ਕਈ 100 ਕਰੋੜ ਦਾ ਬਜਟ ਹੈ। ਪਿਛਲੀਆਂ ਚੋਣਾਂ ਤੱਕ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀਕੇ ਰਲ ਕੇ ਚੋਣਾਂ ਲੜਦੇ ਰਹੇ ਨੇ, ਪਰ ਦੋਵਾਂ ਦੇ ਵਿੱਚ ਆਪਸੀ ਵਖਰੇਵਾਂ ਪੈਣ ਤੋਂ ਬਾਅਦ ਦੋਵਾਂ ਨੇ ਆਪੋ ਆਪਣੇ ਰਾਹ ਚੁਣ ਲਏ। ਮਨਜਿੰਦਰ ਸਿੰਘ ਸਿਰਸਾ ਉਸੇ ਪਾਰਟੀ ਦੇ ਵਿੱਚ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਖੜੇ ਰਹੇ। ਮਨਜੀਤ ਸਿੰਘ ਜੀਕੇ ਨੇ ਆਪਣੀ ਨਵੀਂ ਪਾਰਟੀ ਖੜੀ ਕੀਤੀ ਹੈ ਜਿਸ ਦਾ ਨਾਮ ਹੈ ਜਾਗੋ। ਇਸ ਵਾਰੀ ਖਾਸ ਗੱਲ ਇਹ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਸਿਆਸੀ ਪਾਰਟੀਆਂ ਦੀ ਧਾਰਮਿਕ ਚੋਣਾਂ ਵਿੱਚ ਰੋਕ ਲਾਏ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਪ ਨੂੰ ਇਹਨਾਂ ਚੋਣਾਂ ਤੋਂ ਬਿਲਕੁਲ ਦੂਰ ਕੀਤਾ ਹੋਇਆ। ਹਾਲਾਂਕਿ ਸੁਖਬੀਰ ਬਾਦਲ ਇਹ ਦਾਅਵਾ ਕਰਦੇ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਚੋਣਾਂ ਜ਼ਰੂਰ ਲੜੇਗੀ। ਸੋ ਜਿਹੜੀ ਸਿਰਸਾ ਦੀ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਅੰਡਰ ਹੀ ਚੋਣ ਇਹ ਲੜ ਰਹੇ ਨੇ। ਕਹਿਣ ਨੂੰ ਭਾਵੇਂ ਕੁਝ ਕਹੀ ਜਾਣ, ਨਵਾਂ ਨਿਯਮ ਬਣਨ ਤੋਂ ਬਾਅਦ ਪਿਛਲੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਸਿਰਸਾ ਤੇ ਜੀਕੇ ਦੀ ਜੋੜੀ ਨੂੰ ਜਿਤਾਉਣ ਦੇ ਲਈ ਆਪਣੀ ਪੂਰੀ ਤਾਕਤ ਝੋਂਕ ਦਿੱਤੀ ਸੀ। ਅਕਾਲੀ ਦਲ ਦੇ ਸਾਰੇ ਮੰਤਰੀ ਦਿੱਲੀ ਡੇਰੇ ਲਾਈ ਬੈਠੇ ਰਹੇ। ਹਾਲਾਂਕਿ ਬੇਅਦਬੀ ਮਾਮਲੇ ਵਿੱਚ ਘਿਰਨ ਕਰਕੇ ਲੋਕਾਂ ਦੇ ਸਾਹਮਣੇ ਉਦੋਂ ਵੀ ਇਹ ਲੀਡਰ ਨੇ ਜਿਹੜੇ ਖੁੱਲ ਕੇ ਨਹੀਂ ਸਾਹਮਣੇ ਆਏ ਸੀ, ਪਰ ਅੰਦਰ ਖਾਤੇ ਪੂਰੀ ਹਮਾਇਤ ਸੀ। ਤੇ ਚੋਣ ਪ੍ਰਚਾਰ ਕਰਦਿਆਂ ਜਿਸ ਤਰ੍ਹਾਂ ਗੁਰਦੁਆਰਾ ਮੈਨੇਜਮੈਂਟ ਨਾਲ ਸੰਬੰਧਿਤ ਮੁੱਖ ਏਜੰਡੇ ਨੂੰ ਇੱਕ ਪਾਸੇ ਕਰਕੇ ਜਿਸ ਤਰੀਕੇ ਦੇ ਨਾਲ ਮਾੜੀ ਭਾਸ਼ਾ ਦੀ ਵਰਤੋਂ ਇੱਕ ਦੂਸਰੇ ਦੇ ਲਈ ਇਹਨਾਂ ਸਿੱਖ ਲੀਡਰਾਂ ਦੇ ਵੱਲੋਂ ਵਰਤੀ ਗਈ, ਦੋਸ਼ ਲਾਏ ਗਏ, ਅਜਿਹਾ ਸ਼ਾਇਦ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ। ਇਹਨਾਂ ਹੀ ਨਹੀਂ, ਇਸ ਵਾਰੀ ਵੀ ਚੋਣ ਲੀਡਰਾਂ ਨੇ ਇੱਕ ਦੂਸਰੇ ਦੇ ਉੱਤੇ ਸ਼ਰਾਬ ਵੰਡਣ ਦੇ ਦੋਸ਼ ਮੜੇ ਨੇ। ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਪੁਲਿਸ ਜਦੋਂ ਇੱਕ ਘਰ ਦੇ ਵਿੱਚੋਂ ਸ਼ਰਾਬ ਦੀ ਖੇਪ ਹੈ ਜਿਹੜੀ ਉਸ ਨੂੰ ਫੜਦੀ ਦਿਖਾਈ ਦਿੰਦੀ ਹੈ। ਪਿਛਲੀਆਂ ਚੋਣਾਂ ਦੇ ਵੇਲੇ ਜਸਟਿਸ RS ਸੋਢੀ ਨੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਇਸ ਗੱਲ ਨੂੰ ਲੈ ਕੇ ਹੈਰਾਨੀ ਹੋਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਸਿੱਖਾਂ ਦੀ ਦੂਸਰੀ ਸਭ ਤੋਂ ਵੱਡੀ ਜਥੇਬੰਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਸਿੱਖਾਂ ਦੀ ਧਾਰਮਿਕ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰਾਂ ਦੇ ਵੱਲੋਂ ਯਾਨੀ ਕਿ ਸਿੱਖ ਲੀਡਰਾਂ ਦੇ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਨਾ ਤਾਂ ਧਾਰਮਿਕ ਜਥੇਬੰਦੀ ਦੇ ਮਾਣ ਸਨਮਾਨ ਦਾ ਖਿਆਲ ਰੱਖਿਆ ਗਿਆ, ਨਾ ਹੀ ਸਿੱਖ ਧਰਮ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਹੀ ਪਾਲਣ ਕੀਤਾ ਗਿਆ।
ਸੋ ਇਸ ਖਾਸ ਰਿਪੋर्ट ਦੇ ਵਿੱਚ ਇਹ ਵੀ ਜਾਣਾਂਗੇ ਕਿ ਕਿਹੜੀ ਪਾਰਟੀ ਦਾ ਕੀ ਮੁੱਦਾ ਹੈ, ਕਿਹੜੇ-ਕਿਹੜੇ ਮੁੱਦਿਆਂ ਤੇ ਚੋਣ ਲੜੀ ਜਾ ਰਹੀ ਹੈ। ਖਾਸ ਕਰਕੇ ਸਿੱਖਿਆ ਦੀ ਗੱਲ ਕੀਤੀ ਜਾ ਰਹੀ ਹੈ, ਸਕੂਲਾਂ ਕਾਲਜਾਂ ਦੀ ਗੱਲ ਕੀਤੀ ਜਾ ਰਹੀ ਹੈ। ਹਰ ਕੋਈ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਲਾ ਰਿਹਾ ਹੈ ਕਿਉਂਕਿ ਮਨਜੀਤ ਸਿੰਘ ਜੀਕੇ ਜਾਂ ਪਰਮਜੀਤ ਸਿੰਘ ਸਰਨਾ ਹੋਣ ਜਾਂ ਫਿਰ ਮਨਜਿੰਦਰ ਸਿੰਘ ਸਿਰਸਾ, ਇਹ ਤਿੰਨੇ ਕਮੇਟੀ ਦੇ ਪ੍ਰਧਾਨ ਬਣ ਚੁੱਕੇ ਨੇ। ਸਿਰਸਾ ਤਾਂ ਮੌਜੂਦਾ ਪ੍ਰਧਾਨ ਨੇ, ਇਸ ਤੋਂ ਪਹਿਲਾਂ ਮਨਜੀਤ ਸਿੰਘ ਜੀਕੇ ਸਨ ਤੇ ਪਰਮਜੀਤ ਸਿੰਘ ਸਰਨਾ ਵੀ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਨੇ। ਸੋ ਸਭ ਨੂੰ ਅੰਦਰ ਦੀਆਂ ਸਾਰੀਆਂ ਗੱਲਾਂ ਪਤਾ ਨੇ। ਸਿੱਖਿਆ ਨੂੰ ਲੈ ਕੇ ਕਿਹਨੇ ਨਿਗਾਰ ਲਿਆਂਦਾ ਹੈ, ਸਾਰੇ ਇੱਕ ਦੂਸਰੇ ਦੇ ਉੱਤੇ ਗੱਲਾਂ ਸੁੱਟ ਰਹੇ ਨੇ। ਦੂਸਰਾ, ਬਾਲਾ ਸਾਹਿਬ ਹਸਪਤਾਲ ਦਾ ਮੁੱਦਾ ਬੜਾ ਸੁਰਖੀਆਂ ਦੇ ਵਿੱਚ ਹੈ। ਪਰ हैरानी ਦੀ ਗੱਲ ਇਹ ਹੈ ਕਿ ਧਰਮ ਪ੍ਰਚਾਰ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ। ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨਾ ਕਿਵੇਂ ਹੈ, ਇਸ ਦੀ ਕੋਈ ਗੱਲ ਹੀ ਨਹੀਂ ਕੀਤੀ ਜਾ ਰਹੀ। ਗੁਰਦੁਆਰਿਆਂ ਦੇ ਪ੍ਰਬੰਧ ਦੀ ਅਜਿਹੀਆਂ ਕੋਈ ਗੱਲਾਂ ਨਹੀਂ ਕੀਤੀਆਂ ਜਾ ਰਹੀਆਂ। ਸਾਰੀਆਂ ਆਪਾਂ ਇੱਕ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਚੋਣ ਲੜੀ ਜਾ ਰਹੀ ਹੈ, ਸਿਰਫ ਉਹਨਾਂ ਲੀਡਰਾਂ ਦੀ ਆਪਾਂ ਗੱਲ ਕਰਾਂਗੇ। ਤੁਹਾਨੂੰ ਚੋਣ ਮੈਦਾਨ ਦੇ ਵਿੱਚ ਨਿਤਰੇ ਇਹਨਾਂ ਲੀਡਰਾਂ ਦੇ ਬਾਰੇ ਜਾਣਕਾਰੀ ਦੇ ਦਿੰਦੇ ਹਾਂ। ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਮਨਜਿੰਦਰ ਸਿੰਘ ਸਿਰਸਾ ਤੱਕੜੀ ਤੇ ਚੋਣ ਨਹੀਂ ਲੜ ਰਹੇ ਕਿਉਂਕਿ ਚੋਣ ਕਮਿਸ਼ਨ, ਗੁਰਦੁਆਰਾ ਚੋਣ ਕਮਿਸ਼ਨ ਨੇ ਰੋਕ ਲਾਈ ਹੋਈ ਹੈ ਕਿ ਕੋਈ ਵੀ ਸਿਆਸੀ ਪਾਰਟੀ ਧਾਰਮਿਕ ਚੋਣਾਂ ਨਹੀਂ ਲੜ ਸਕਦੀ। ਇਸ ਕਰਕੇ ਮਨਜਿੰਦਰ ਸਿੰਘ ਸਿਰਸਾ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਬਾਲਟੀ ਹੈ। ਬਾਲਟੀ ਚੋਣ ਨਿਸ਼ਾਨ ਦੇ ਉੱਤੇ ਚੋਣਾਂ ਲੜ ਰਹੇ ਨੇ। 2 ਸਾਲ ਬੇਮਿਸਾਲ ਇਹ ਪੂਰਾ ਇਸ ਚੀਜ਼ ਦਾ ਜਿਹੜਾ ਪ੍ਰਚਾਰ ਹੈ ਉਹ ਕੀਤਾ ਜਾ ਰਿਹਾ ਹੈ। ਸੇਵਾ ਕੀਤੀ ਹੈ, ਸੇਵਾ ਕਰਾਂਗੇ ਏਜੰਡਾ ਲੈ ਕੇ ਚੱਲ ਰਹੇ ਨੇ ਤੇ ਨੌਜਵਾਨਾਂ ਦੇ ਨਾਂ ਤੇ ਚੋਣ ਲੜ ਰਹੇ ਨੇ ਕਿ ਨੌਜਵਾਨਾਂ ਨੂੰ ਮੁੜ ਤੋਂ ਕਮੇਟੀ ਦਾ ਪ੍ਰਬੰਧ ਸੌਂਪੋ। ਕੌਮ ਦੀ ਗੱਲ ਕੀਤੀ ਜਾ ਰਹੀ ਹੈ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ। ਮਨਜਿੰਦਰ ਸਿੰਘ ਸਿਰਸਾ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਇਹ ਦਿੱਲੀ ਦੇ ਵਿੱਚ ਬੀਜੇਪੀ ਦੇ ਵੱਲੋਂ ਵਿਧਾਇਕ ਵੀ ਰਹੇ ਨੇ। ਦਿੱਲੀ ਦੇ ਸਭ ਤੋਂ ਅਮੀਰ ਵਿਧਾਇਕਾਂ ਦੇ ਵਿੱਚੋਂ ਇੱਕ ਨੇ ਤੇ ਸਿਰਸਾ ਖਿਲਾਫ ਇਹਨਾਂ ਚੋਣਾਂ ਦੇ ਵਿੱਚ ਪੈਸੇ ਵੰਡਣ ਦੇ ਦੋਸ਼ ਵੀ ਲੱਗੇ ਨੇ। 1 ਕਰੋੜ ਦਾ ਮਸਲਾ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ। ਇਲਜ਼ਾਮ ਨੇ ਜਿਹੜੇ ਉਹ ਲੱਗ ਰਹੇ ਨੇ ਤੇ ਜਿਹੜੇ ਸ਼ਰਾਬ ਵੰਡਣ ਦੇ ਦੋਸ਼ ਨੇ ਜਿਹੜੇ ਉਹ ਵੀ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਲੱਗ ਚੁੱਕੇ ਨੇ ਇਹਨਾਂ ਚੋਣਾਂ ਦੀ। ਅਸੀਂ ਜੇ ਗੱਲ ਕਰ ਲਈਏ ਤੇ ਮਨਜਿੰਦਰ ਸਿੰਘ ਸਿਰਸਾ ਕਿਹੜੇ ਖਾਸ ਮੁੱਦੇ ਲੈ ਕੇ ਚੱਲ ਰਹੇ ਨੇ। ਸਭ ਤੋਂ ਪਹਿਲੀ ਗੱਲ ਇਹ ਕਹਿ ਰਹੇ ਨੇ ਕਿਸਾਨਾਂ ਦੀ ਗੱਲ ਕਰ ਰਹੇ ਨੇ ਕਿ ਕਿਸਾਨ ਅੰਦੋਲਨ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਡਟ ਕੇ ਖੜੀ ਰਹੀ ਹੈ। 26 ਜਨਵਰੀ ਨੂੰ ਜਿਹੜੇ ਕਿਸਾਨਾਂ ਦੇ ਖਿਲਾਫ ਪਰਚੇ ਹੋਏ ਸੀ, ਜੇਲ੍ਹਾਂ ਦੇ ਵਿੱਚ ਗਏ ਸੀ, ਉਹਨਾਂ ਨੂੰ ਰਿਹਾ ਕਰਵਾਉਣ ਦੇ ਵਿੱਚ ਕਮੇਟੀ ਨੇ ਖਾਸ ਯੋਗਦਾਨ ਦਿੱਤਾ ਹੈ ਆਪਣੇ ਵਕੀਲਾਂ ਦੀ ਟੀਮ ਦੇ ਨਾਲ। ਸੋ ਕਿਸਾਨੀ ਦੇ ਮੁੱਦੇ ਨੂੰ ਮਨਜਿੰਦਰ ਸਿੰਘ ਸਿਰਸਾ ਬਹੁਤ ਹੀ ਹਾਈਲਾਈਟ ਕਰਕੇ ਲੋਕਾਂ ਦੇ ਵਿੱਚ ਰੱਖ ਰਹੇ ਨੇ ਤੇ ਕਹਿ ਰਹੇ ਨੇ ਕਿ ਮੈਂ ਇੱਕ ਵਾਰੀ ਫਿਰ ਤੋਂ ਕਹਿਣਾ ਚਾਹੁੰਦਾ, ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ, ਦਿੱਲੀ ਕਮੇਟੀ ਦੀ ਪੂਰੀ ਟੀਮ ਕਿਸਾਨਾਂ ਦੇ ਹੱਕ ਦੀ ਲੜਾਈ ਵਿੱਚ ਉਹਨਾਂ ਦੇ ਨਾਲ ਡਟ ਕੇ ਖੜੀ ਰਹੇਗੀ। ਦੂਸਰੀ ਗੱਲ ਹਸਪਤਾਲਾਂ ਦੀ ਹੋ ਰਹੀ ਹੈ ਤੇ ਕਰੋਨਾ ਕਾਲ ਦੀ ਕਰ ਰਹੇ ਨੇ। ਮਨਜਿੰਦਰ ਸਿਰਸਾ ਕਹਿ ਰਹੇ ਨੇ ਕਿ ਜਦੋਂ ਦਿੱਲੀ ਦੇ ਵਿੱਚ ਕਰੋਨਾ ਦੀ ਦੂਸਰੀ ਲਹਿਰ ਆਈ ਸੀ ਉਦੋਂ ਕਮੇਟੀ ਨੇ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ। ਸਿਰਫ ਸਿੱਖਾਂ ਦੀ ਹੀ ਨਹੀਂ, ਜਿਹੜਾ ਵੀ ਲੋੜਵੰਦ ਆਇਆ ਸਭ ਦੀ ਸੇਵਾ ਕੀਤੀ ਹੈ। ਬੰਗਲਾ ਸਾਹਿਬ ਦੇ ਵਿੱਚ MRI ਸੈਂਟਰ ਅਸੀਂ ਖੋਲ੍ਹਿਆ ਹੈ। ਪਿਛਲੇ 4 ਮਹੀਨਿਆਂ 'ਚ ਕਹਿੰਦੇ 6000 ਤੋਂ ਵੱਧ ਲੋੜਵੰਦ ਮਰੀਜ਼ਾਂ ਨੇ ਇਸ ਦਾ ਲਾਭ ਉਠਾਇਆ। ਬਾਲਾ ਸਾਹਿਬ ਦੇ ਵਿੱਚ ਕਿਡਨੀ ਡਾਇਲਸਿਸ ਹਸਪਤਾਲ ਹੈ ਜਿਹੜਾ ਉਹ ਅਸੀਂ ਖੋਲ੍ਹਿਆ ਹੈ। ਰਕਾਬਗੰਜ ਸਾਹਿਬ ਦੇ ਵਿੱਚ ਜਿਹੜਾ ਕਰੋਨਾ ਮਰੀਜ਼ਾਂ ਦੇ ਲਈ ਖਾਸ ਤੌਰ ਤੇ ਆਰਜ਼ੀ ਹਸਪਤਾਲ ਖੋਲਿਆ ਗਿਆ, ਉਸ ਦਾ ਵੀ ਖੂਬ ਜ਼ਿਕਰ ਹੈ ਜਿਹੜਾ ਕੀਤਾ ਜਾ ਰਿਹਾ ਹੈ। ਪਰ ਜਦੋਂ ਉਹਦਾ ਜ਼ਿਕਰ ਕਰਦੇ ਨੇ ਮਨਜਿੰਦਰ ਸਿੰਘ ਸਿਰਸਾ ਤਾਂ ਵਿਰੋਧੀ ਦੂਸਰਾ ਜਿਹੜਾ ਇਲਜ਼ਾਮ ਲੈ ਕੇ ਆ ਜਾਂਦੇ ਨੇ ਕਿ ਇਸ ਹਸਪਤਾਲ ਦੇ ਲਈ ਤੁਸੀਂ ਅਮਿਤਾਭ ਬੱਚਨ ਦੀ ਮਦਦ ਲਈ ਸੀ, ਉਸ ਤੋਂ ਕਰੋੜਾਂ ਰੁਪਈਏ ਲਏ ਸੀ। ਉਹੀ ਅਮਿਤਾਭ ਬੱਚਨ ਜਿਸ ਨੇ 1984 ਵਿੱਚ ਸਿੱਖਾਂ ਦੇ ਕਤਲੇਆਮ ਦੇ ਵਿੱਚ ਰੋਲ ਨਿਭਾਇਆ ਸੀ, ਹੱਲਾਸ਼ੇਰੀ ਦਿੱਤੀ ਸੀ ਸਰਕਾਰ ਨੂੰ। ਤੀਜੀ ਗੱਲ ਮਨਜਿੰਦਰ ਸਿੰਘ ਸਿਰਸਾ ਸਿੱਖਿਆ ਦੀ ਵੀ ਕਰ ਰਹੇ ਨੇ ਕਿ ਸਕੂਲਾਂ ਕਾਲਜਾਂ ਦੇ ਸਥਿਤੀ ਦੇ ਵਿੱਚ ਅਸੀਂ ਪੂਰਾ ਸੁਧਾਰ ਹੈ ਜਿਹੜਾ ਉਹ ਕੀਤਾ ਹੈ। ਸਿੱਕਲੀਗਰ ਸਿੱਖ ਸਮਾਜ ਦੀ ਬਿਹਤਰੀ ਦੇ ਲਈ ਅਸੀਂ ਹਰ ਤਰ੍ਹਾਂ ਦੇ ਕਦਮ ਚੁੱਕਾਂਗੇ, ਇਹ ਸਾਡਾ ਪੱਕਾ ਵਾਅਦਾ ਵੀ ਹੈ ਤੇ ਇਰਾਦਾ ਵੀ ਹੈ। ਪਰ ਜੇ ਆਪਾਂ ਦੇਖ ਲਈਏ ਕਿ ਮਨਜਿੰਦਰ ਸਿੰਘ ਸਿਰਸਾ ਹੁਣ ਵੀ ਕਮੇਟੀ ਦੇ ਪ੍ਰਧਾਨ ਸੀਗੇ, ਹੁਣ ਤੱਕ ਸਿੱਕਲੀਗਰ ਸਿੱਖਾਂ ਦੇ ਲਈ ਉਹਨਾਂ ਨੇ ਕੀ ਕੀਤਾ ਹੈ, ਇਹ ਜ਼ਰੂਰ ਸੰਗਤ ਨੂੰ ਦੇਖਣਾ ਚਾਹੀਦਾ ਹੈ ਕਿਉਂਕਿ ਲੀਡਰ ਨੇ ਜਿਹੜੇ ਚੋਣਾਂ ਦੇ ਵੇਲੇ ਵਾਅਦੇ ਦਾਅਵੇ ਬੜੇ ਕਰਦੇ ਨੇ। ਕਈ ਵਾਰੀ ਸੰਗਤ ਹੈ ਜਿਹੜੀ ਉਹ ਆਪਾਂ ਕਹਿ ਸਕਦੇ ਹਾਂ ਕਿ ਪੁਣਛਾਣ ਨਹੀਂ ਕਰਦੀ, ਪੜਚੋਲ ਨਹੀਂ ਕਰਦੀ ਕਿ ਲੀਡਰ ਨੇ ਜੋ ਕਿਹਾ ਉਹ ਸਹੀ ਕਿਹਾ ਜਾਂ ਨਹੀਂ ਕਿਹਾ। ਸੋ ਇਹ ਸੰਗਤ ਤੇ ਡਿਪੈਂਡ ਕਰਦਾ ਹੈ। ਵੋਟਾਂ ਵਾਲੇ ਦਿਨ ਆ ਕੇ ਪੈਸੇ ਜਾਂ ਦਾਰੂ ਦੇ ਲਾਲਚ ਵਿੱਚ ਆ ਕੇ ਸਿੱਖ ਸੰਗਤ ਨੂੰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ, ਇਹ ਜਿਹੜੇ ਸੁਲਝੇ ਹੋਏ ਸਿੱਖ ਨੇ ਉਹ ਜ਼ਰੂਰ ਕਹਿੰਦੇ ਨੇ। ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਸਿਰਫ ਇਲਜ਼ਾਮ ਹੀ ਨਹੀਂ ਲੱਗਦੇ ਰਹੇ, ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ FIR ਵੀ ਦਰਜ ਹੋਈ ਹੈ। ਪਿਛਲੇ ਦਿਨੀ ਪਰਮਜੀਤ ਸਿੰਘ ਸਰਨਾ ਨੇ ਆਡਿਟ ਰਿਪੋਰਟ ਨੂੰ ਲੈ ਕੇ ਵੀ ਕੰਪਲੇਂਟ ਕੀਤੀ। ਕੇਸ ਨੇ ਜਿਹੜੇ ਉਹ ਚੱਲਦੇ ਨੇ ਤੇ ਗੋਲਕਾਂ ਨੂੰ ਲੈ ਕੇ, ਭ੍ਰਿਸ਼ਟਾਚਾਰ ਨੂੰ ਲੈ ਕੇ,
ਫੰਡਾਂ ਦੇ ਵਿੱਚ ਬੇਨਿਯਮੀਆਂ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ FIR ਦਰਜ ਹੋਈ। ਇਸ ਤੋਂ ਬਾਅਦ ਲੁੱਕਆਊਟ ਨੋਟਿਸ ਵੀ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਜਾਰੀ ਹੋਇਆ ਹੈ ਤੇ ਇਹ ਜਿਹੜਾ ਇੱਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੌਜੂਦਾ ਪ੍ਰਧਾਨ ਦੀ ਜਿਹੜੀ ਇਹ ਸਾਰੀ ਸ਼ਖਸੀਅਤ ਹੈਗੀ ਹੈ, ਜਿਹੜੇ ਇਸ ਵਾਰੀ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਤੇ ਆਪਣੇ ਆਪ ਨੂੰ ਮਜ਼ਬੂਤ ਦਾਅਵੇਦਾਰ ਕਹਿ ਰਹੇ ਨੇ। ਕੌਮ ਦਾ ਸੀਸ ਝੁਕਾਉਣ ਦਾ ਕੰਮ ਕੀਤਾ ਇਹਨਾਂ ਲੋਕਾਂ ਨੇ ਜਿਹੜੇ ਤੁਹਾਡੇ ਕੋਲ ਵੋਟਾਂ ਮੰਗਣ ਆ ਰਹੇ ਨੇ। ਮਾਤਾ ਜੀ ਯਾਦ ਕਰੋ ਦਿਨ ਆਤਮਾ ਸਿੰਘ ਲੁਬਾਣਾ ਵੀ ਉੱਥੇ ਹੀ ਸੀਗਾ ਜਿੱਦਣ ਕੋਰਟ ਦੇ ਅੰਦਰ ਇੱਕ ਭਰਾ ਨੇ ਗੱਲ ਕਹੀ ਸੀ ਤੁਮੇ 83 ਯਾਦ ਕਰਾਏਂਗੇ। ਮੈਂ ਕਿਹਾ ਤੂੰ ਸਾਨੂੰ ਕੀ ਯਾਦ ਕਰਾਏਂਗਾ? 500 ਪੁਲਿਸ ਵਾਲਿਆਂ ਦੇ ਵਿੱਚ ਹੀ ਢਾਲਿਆ ਸੀ ਉਹਨੂੰ, ਜਿਹਦਾ ਜੀ ਕਰਦਾ ਸੀ ਬਹੁਤ ਫੜ ਕੇ ਰਹਿ ਜਾਂਦਾ ਸੀ। ਪਤਾ ਹੈ ਨਾ, ਅੱਜ ਕਹੋ ਤੁਹਾਡੇ ਮੁੰਡੇ ਨੂੰ ਹੱਥ ਲਾ ਕੇ ਦਿਖਾ ਦੇਵੇ, ਹੈ ਕਿਸੇ ਦੀ ਹਿੰਮਤ ਤੁਹਾਡੇ ਬੱਚੇ ਨੂੰ ਹੱਥ ਲਾ ਕੇ ਦਿਖਾਵੇ? ਦੱਸੋ ਵੀ ਨੌਜਵਾਨ ਮੈਂ ਠੀਕ ਕਹਿ ਰਿਹਾ ਗਲਤ ਕਹਿ ਰਿਹਾ? ਹੈ ਤਾਕਤ ਬਣੀ ਕੌਮ ਦੀ, ਆਪਾਂ ਖੜੇ ਹੋਏ ਆ, ਮਜ਼ਬੂਤ ਹੋਏ ਆ। ਅੱਜ ਸਾਡੀ ਕਮੇਟੀ ਨਹੀਂ, ਅੱਜ ਸਾਡੀ ਕਮੇਟੀ ਸਿੱਖਾਂ ਦੀ ਇੱਕ ਖੁਦ ਮੁਖਤਿਆਰ ਸਰਕਾਰ ਬਣ ਚੁੱਕੀ ਆ। ਸਰਕਾਰ ਦੂਸਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਦੋਵੇਂ ਭਰਾਵਾਂ ਦੀ ਪਾਰਟੀ ਹੈ। ਪਰਮਜੀਤ ਸਿੰਘ ਸਰਨਾ ਦਿੱਲੀ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ, ਚੋਣ ਨਿਸ਼ਾਨਕਾਰ ਹੈ। ਦਿੱਲੀ ਕਮੇਟੀ ਦੇ ਇੱਕ ਪੈਸੇ ਦੇ ਹਿਸਾਬ ਵਿੱਚ ਪਾਰਦਰਸ਼ਤਾ ਲਿਆਉਣ ਦੇ ਲਈ ਸਾਨੂੰ ਵੋਟਾਂ ਪਾਓ, ਇਹ ਕਹਿ ਰਹੇ ਨੇ ਪਰਮਜੀਤ ਸਿੰਘ ਸਰਨਾ। ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਪਿਛਲੇ ਕਈ ਸਾਲਾਂ ਦੇ ਕੱਚੇ ਚਿੱਠੇ ਨੇ ਉਹ ਇਹ ਸੰਗਤ ਦੇ ਸਾਹਮਣੇ ਰੱਖ ਰਹੇ ਨੇ। ਕਹਿੰਦੇ ਸੰਗਤ ਨੂੰ ਪਤਾ ਹੈ ਜਿਹੜੇ ਹਸਪਤਾਲ ਤੋਂ ਸਿੱਖਾਂ ਦਾ ਮੁਫਤ ਇਲਾਜ ਹੋਣਾ ਸੀ, ਜਿਹੜੇ ਹਸਪਤਾਲ ਤੋਂ DSGMC ਨੂੰ ਹਰ ਸਾਲ 18 ਕਰੋੜ ਰੁਪਏ ਦੀ ਆਮਦਨ ਹੋਣੀ ਸੀ, ਉਸ ਹਸਪਤਾਲ ਨੂੰ ਪਿਛਲੇ 8 ਸਾਲਾਂ ਵਿੱਚ ਖੰਡਰ ਕਿਹਨੇ ਬਣਾਇਆ? ਗੋਲਕ ਚੋਰ ਪ੍ਰਧਾਨ ਤੋਂ ਦਿੱਲੀ ਦੀ ਸੰਗਤ ਮੁਕਤੀ ਇਸ ਵਾਰੀ ਜ਼ਰੂਰ ਪਾਵੇਗੀ, ਇਹ ਦਾਅਵਾ ਕਰਦੇ ਨੇ। ਗੱਲ ਹੈ, ਮੁੱਦਾ ਹੈ ਬਾਲਾ ਸਾਹਿਬ ਹਸਪਤਾਲ ਦਾ। ਦੂਸਰੀ ਗੱਲ ਇਹ ਵੀ ਸਿੱਖਿਆ ਦੀ ਕਰ ਰਹੇ ਨੇ। ਕਹਿੰਦੇ ਅਸੀਂ ਸਿੱਖਿਆ ਨੂੰ ਫੇਰ ਤੋਂ ਦਿੱਲੀ ਦੇ ਵਿੱਚ ਬੁਲੰਦ ਕਰਨ ਦੇ ਲਈ ਕੰਮ ਕਰਾਂਗੇ, ਨਵੇਂ ਕਾਲਜ ਖੋਲਾਂਗੇ, ਨੌਜਵਾਨਾਂ ਨੂੰ ਰੁਜ਼ਗਾਰ ਦਿਵਾਵਾਂਗੇ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦਾ ਜਿਹੜਾ ਮਿਆਰ ਹੈ ਉਹ ਉੱਚਾ ਚੁੱਕਾਂਗੇ, ਸਿੱਖਿਆ ਦੇ ਪੱਧਰ ਨੂੰ ਵਧਾਉਣ ਦੇ ਲਈ ਅਸੀਂ ਖੂਬ ਕੰਮ ਹੈ ਜਿਹੜਾ ਉਹ ਕਰਾਂਗੇ। ਕਰਮਚਾਰੀਆਂ ਦੇ ਨਾਲ ਹੋ ਰਿਹਾ ਅਨਿਆਂ ਅਸੀਂ ਰੋਕਾਂਗੇ, ਕਿਉਂਕਿ ਪਿਛਲੇ ਦੌਰ ਦੇ ਵਿੱਚ ਦੇਖਿਆ ਹੈ ਜਦੋਂ ਮਨਜੀਤ ਸਿੰਘ ਜੀਕੇ ਵੀ ਹੁੰਦੇ ਸੀ ਜਾਂ ਫਿਰ ਮਨਜਿੰਦਰ ਸਿੰਘ ਸਿਰਸਾ ਸਿੱਖਿਆ ਦੇ ਅਦਾਰਿਆਂ ਦੇ ਵਿੱਚ, ਕਾਲਜਾਂ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਜਿਹੜੇ ਅਧਿਆਪਕ ਪ੍ਰੋਫੈਸਰ ਨੇ ਉਹ ਆਪਣੀਆਂ ਤਨਖਾਹਾਂ ਨੂੰ ਲੈ ਕੇ ਕਈ ਵਾਰੀ ਧਰਨੇ ਲਾ ਚੁੱਕੇ ਨੇ, ਕਿਉਂਕਿ ਤਨਖਾਹਾਂ ਕਈ ਮਹੀਨਿਆਂ ਤੋਂ ਰੁਕੀਆਂ ਪਈਆਂ ਸੀ। ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੋਵੇਂ ਭਰਾ ਵਿਵਾਦਾਂ ਦੇ ਵਿੱਚ ਤਾਂ ਰਹਿੰਦੇ ਨੇ, ਕਈ ਇਲਜ਼ਾਮ ਇਹਨਾਂ ਤੇ ਲੱਗਦੇ ਰਹਿੰਦੇ ਨੇ, ਪਰ ਇਹਨਾਂ ਦੇ ਖਿਲਾਫ ਪੁਲਿਸ ਥਾਣੇ ਦੇ ਵਿੱਚ ਕੋਈ ਵੀ ਕੇਸ ਅੱਜ ਤੱਕ ਦੇ ਰਿਕਾਰਡ ਦੇ ਵਿੱਚ ਦਰਜ ਨਹੀਂ ਹੈ। ਦੋਵੇਂ ਜਿਹੜੇ ਭਰਾ ਨੇ ਵੱਡਾ ਦਿੱਲੀ ਦੇ ਵਿੱਚ ਕਾਰੋਬਾਰ ਕਰਦੇ ਨੇ, ਸਟੀਲ ਦਾ ਕਾਰੋਬਾਰ ਕਰਦੇ ਨੇ, ਕਾਫੀ ਚੋਖਾ ਪੈਸਾ ਕਮਾਉਂਦੇ ਨੇ ਤੇ ਕਿਤੇ ਨਾ ਕਿਤੇ ਕੁਝ ਲੋਕ ਨੇ ਜਿਹੜੇ ਉਹ ਇਹ ਜ਼ਰੂਰ ਕਹਿੰਦੇ ਨੇ ਕਿ ਸਰਨੇ ਭਾਵੇਂ ਕਿਰਦਾਰ ਉਹਨਾਂ ਦੇ ਕਿਹੋ ਜਿਹੇ ਹੋਣ ਪਰ ਗੋਲਕ ਨੂੰ ਸਿੱਧੇ ਤਰੀਕੇ ਦੇ ਨਾਲ ਉਹ ਨਹੀਂ ਲੁੱਟਦੇ। ਇਹ ਜਿਹੜੇ ਅਬਦਾਲੀ ਆਏ ਹਨ, ਬਾਦਲਾਂ ਦੇ ਅਬਦਾਲੀ, ਇਹਨਾਂ ਨੂੰ ਦਿੱਲੀ ਦੀ ਸੰਗਤ ਮੂੰਹ ਨਾ ਲਾਵੇ ਤੇ ਇਹਨਾਂ ਕੋਲ ਪੁੱਛੇ, ਦੱਸੋ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਕਿਵੇਂ ਨਿਰਾਦਰ ਕੀਤਾ? ਜਦ ਤੱਕ ਤੁਸੀਂ ਸਿੱਖ ਕੌਮ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬੇਅਦਬੀ ਦੀ ਮਾਫੀ ਨਹੀਂ ਮੰਗ ਲੈਂਦੇ, ਤਨਖਾਹ ਨਹੀਂ ਲਵਾ ਲੈਂਦੇ, ਕੌਮ ਤੁਹਾਨੂੰ ਕਦੀ ਮੂੰਹ ਨਹੀਂ ਲਾਏਗੀ। ਇਹਨਾਂ ਬਾਦਲਾਂ ਨੇ ਪਿਛਲੇ 8.5 ਸਾਲਾਂ ਦੇ ਵਿੱਚ ਸਿੱਖਾਂ ਨਾਲ ਕੀਤੇ ਅੰਤਰੋਹ ਕਮਾਏ ਨੇ, ਉਹ ਸਿੱਖਾਂ ਨੇ ਹੁਣ ਨੋਟ ਕਰ ਲਏ, ਉਹਨਾਂ ਦੇ ਦਿਲਾਂ ਦੇ ਵਿੱਚ ਵਸ ਚੁੱਕੇ ਨੇ। ਇਹਨਾਂ ਦੀ ਮਾਫੀ ਜਿਹੜੀ ਹੈ ਬਿਲਕੁਲ ਨਹੀਂ ਆ ਗਈ। ਗੁਰੂ ਕੀ ਸੰਗਤ ਦਾ ਇੱਕ ਪੈਸਾ ਕੰਪਿਊਟਰ ਦੇ ਰਾਹੀਂ ਉਹ ਗੁਰੂ ਦੀ ਗੋਲਕ ਵਿੱਚ ਜਾਏਗਾ ਤੇ ਗੁਰੂ ਦੀ ਗੋਲਕ ਚੋਂ ਬੈਂਕ ਵਿੱਚ ਜਾਏਗਾ। ਕਿਸੇ ਨੂੰ ਵੀ ਇਜਾਜ਼ਤ ਨਹੀਂ ਹੋਏਗੀ ਉਸ ਪੈਸੇ ਨੂੰ ਸੱਜੇ ਜਾਂ ਖੱਬੇ ਕਰਨ ਦੀ, ਜਾਂ ਉਹ ਪੈਸਾ ਕਿਸੇ ਹੋਰ ਤਰ੍ਹਾਂ ਹੀ ਗਿਣ ਕੇ ਕੁਝ ਗੱਡੀਆਂ ਆਪਣੇ ਕੋਲ ਰੱਖ ਕੇ ਤੇ ਬਾਕੀ ਦੀਆਂ ਗੱਡੀਆਂ ਭੇਜਣੀਆਂ। ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਖਤਮ ਹੋਣਗੀਆਂ। ਪਿਲਫਰੇਜ ਵਿਲ ਬੀ 0%, ਟੋਲਰੈਂਸ ਵਿਲ ਬੀ 0%, ਕਰਪਸ਼ਨ ਵਿਲ ਬੀ 0%। ਇਹ ਚੀਜ਼ਾਂ ਅਸੀਂ ਕੰਟਰੋਲ ਕਰਨੀਆਂ ਨੇ। ਅਸੀਂ ਨੌਜਵਾਨਾਂ ਨੂੰ ਦੋ ਚੀਜ਼ਾਂ ਨੌਜਵਾਨਾਂ ਵਾਸਤੇ ਪ੍ਰਮੁੱਖ ਹੈਗੀਆਂ। ਪਹਿਲੀ ਚੀਜ਼ ਗੁਰਮਤ ਤੇ ਗੁਰੂ ਨਾਲ ਜੋੜਨਾ, ਗੁਰਮਤ ਤੇ ਗੁਰੂ ਨਾਲ। ਦੂਸਰਾ ਐਸੇ ਕੋਰਸਿਸ ਕਰਵਾਣੇ ਤੇ ਬਣਾਣੇ ਬਈ
ਕਿੱਤਾ ਮੁਖੀ ਕੋਰਸਿਸ ਹੋਣ। ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਿਆਂ ਦੀ ਪਾਰਟੀ ਦੇ ਨਾਲ ਪੰਥਕ ਅਕਾਲੀ ਲਹਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਇਸ ਪੰਥਕ ਅਕਾਲੀ ਲਹਿਰ ਦੀ ਅਗਵਾਈ ਕਰਦੇ ਨੇ। ਇਸ ਲਹਿਰ ਦੇ ਪ੍ਰਧਾਨ ਨੇ। ਉਹਨਾਂ ਨੇ ਇਸ ਵਾਰੀ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਨਾਲ ਗੱਠਜੋੜ ਕੀਤਾ ਹੈ। ਇਹਨਾਂ ਦਾ ਨਾਰਾ ਹੈ ਨਾ ਰਾਜਨੀਤੀ ਨਾ ਭ੍ਰਿਸ਼ਟਾਚਾਰ, ਆ ਗਏ ਨੇ ਸੇਵਾਦਾਰ। ਇਹਨਾਂ ਦਾ ਚੋਣ ਨਿਸ਼ਾਨ ਹੈ ਜਿਹੜਾ ਮੋਮਬੱਤੀਆਂ ਦਾ ਜੋੜਾ ਹੈ। ਜਥੇਦਾਰ ਰਣਜੀਤ ਸਿੰਘ ਇਸ ਗੱਲ ਨੂੰ ਲੈ ਕੇ ਕਾਫੀ ਕਹਿ ਸਕਦੇ ਹਾਂ ਕਿ ਮਸ਼ਹੂਰ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਸਿੱਧਾ ਨਿਸ਼ਾਨੇ ਤੇ ਲੈਂਦੇ ਨੇ। ਪਿਛਲੇ ਕਈ ਸਾਲਾਂ ਤੋਂ ਬਿਲਕੁਲ ਬੇਬਾਕੀ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਜੋ ਵੀ ਅੱਜ ਤੱਕ ਪੰਥ ਦੇ ਨਾਲ ਉਹ ਕਹਿੰਦੇ ਨੇ ਕਿ ਇੰਨੇ ਧਰੋ ਕਮਾਏ ਨੇ, ਇਲਜ਼ਾਮ ਲਾਉਂਦੇ ਨੇ। ਜਥੇਦਾਰ ਰਣਜੀਤ ਸਿੰਘ ਖੁੱਲ੍ਹ ਕੇ ਬੋਲਦੇ ਆ ਰਹੇ ਨੇ। ਮਨਜਿੰਦਰ ਸਿੰਘ ਸਿਰਸਾ ਨੂੰ ਨਿਸ਼ਾਨੇ ਤੇ ਲੈਂਦੇ ਨੇ ਕਿ ਮਨਜਿੰਦਰ ਸਿੰਘ ਸਿਰਸਾ ਨੇ ਨਕਲੀ ਬਿੱਲ ਪਾ ਕੇ ਕਰੋੜਾਂ ਦਾ ਘੁਟਾਲਾ ਕੀਤਾ। ਪਾਸਪੋਰਟ ਵੀ ਜ਼ਬਤ ਹੋਇਆ ਕਿਉਂਕਿ ਜਿਹੜਾ ਲੁੱਕਆਊਟ ਨੋਟਿਸ ਦੀ ਆਪਾਂ ਗੱਲ ਕੀਤੀ ਸੀ ਤੇ ਪੈਸਾ ਵੰਡਣ ਦੇ ਅਤੇ ਪੈਸਾ ਵੰਡ ਕੇ ਉਹ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਵਾਰੀ ਸੰਗਤ ਦਾ ਹੀ ਫਰਜ਼ ਬਣਦਾ ਹੈ ਕਿ ਉਹ ਆਪਣੀ ਵਿਵੇਕ ਬੁੱਧ ਦੇ ਨਾਲ ਫੈਸਲਾ ਲਵੇ ਤੇ ਕਮੇਟੀ ਹੈ ਚੰਗੇ ਹੱਥਾਂ ਦੇ ਵਿੱਚ ਸੌਂਪ ਦੇਵੇ। ਭਾਈ ਰਣਜੀਤ ਸਿੰਘ ਕਹਿੰਦੇ ਨੇ ਕਿ ਬਾਦਲ ਤੇ ਸਿਰਸਾ ਗੁਰੂ ਦੇ ਸਿੱਖ ਨਹੀਂ ਹੈਗੇ, ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਦੇ ਯਾਰ ਹੈਗੇ ਨੇ। ਇਹਨਾਂ ਤੋਂ ਕੌਮ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਤੇ ਦੋਵਾਂ ਦੇ ਹੱਥੋਂ ਕਮੇਟੀ ਹੈ ਜਿਹੜੀ ਉਹ ਚੰਗੇ ਹੱਥਾਂ ਦੇ ਵਿੱਚ ਲੈਣ ਦੇ ਲਈ ਸਾਨੂੰ ਸਭ ਨੂੰ ਇਕੱਠੇ ਹੋਣਾ ਪਵੇਗਾ। ਇਹ ਕਹਿੰਦੇ ਨੇ ਭਾਈ ਰਣਜੀਤ ਸਿੰਘ। ਜਥੇਦਾਰ ਰਣਜੀਤ ਸਿੰਘ ਦੀ ਸ਼ਖਸੀਅਤ ਵੀ ਬਿਲਕੁਲ ਬੇਦਾਗ ਹੈ। ਜਿਹੜੀ ਪੰਥ ਦੇ ਵਿੱਚ ਬੜੇ ਸਤਿਕਾਰ ਵਾਲੀ ਸ਼ਖਸੀਅਤ ਹੈ ਉਹ ਮੰਨੀ ਜਾਂਦੀ ਹੈ ਤੇ ਇਹਨਾਂ ਨੇ 8 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਖੜੇ ਕੀਤੇ ਨੇ। ਸਾਰੀਆਂ ਜਿਹੜੀਆਂ ਟੋਟਲ ਸੀਟਾਂ ਦੇ ਵਿੱਚੋਂ 8 ਸੀਟਾਂ ਨੇ ਜਿਹੜੀਆਂ ਉਹ ਸਰਨਾ ਭਰਾਵਾਂ ਨੇ ਜਥੇਦਾਰ ਰਣਜੀਤ ਸਿੰਘ ਦੀ ਜਿਹੜੀ ਪਾਰਟੀ ਹੈਗੀ ਹੈ ਪੰਥਕ ਅਕਾਲੀ ਲਹਿਰ ਉਸ ਨੂੰ ਦਿੱਤੀਆਂ ਨੇ। 46 ਸੀਟਾਂ ਦੇ ਵਿੱਚੋਂ 8 ਸੀਟਾਂ ਦੇ ਉੱਤੇ ਜਥੇਦਾਰ ਰਣਜੀਤ ਸਿੰਘ ਚੋਣ ਲੜ ਰਹੇ ਨੇ। दलाई पंथ को सरबाजियों से सरदारी बनाए कौम ये रुतबे लहू बहा के लिए ये साडियां संस्थावां दे रुतबे लहू बहा के ले सिखां ने। अज इत्थे चोर ते चक्के ते डकैत बैठे ने। ये सिरसे दे विच कोई औकात है अकालियां वाली? 13 केस इत्ते चलन डे ने 420 दे। इहदे प्यो नूं चंडीगढ़ 3 साल दी कैद होई कोर्ट चों। ये साडे प्रधान बनदे लै के जो कुछ बादल करी जाता तुसीं अखां मीट के मनी जाते हो। इन्हां नूं छित्तर नाल कड्डो, छित्तर नाल। वोट का इस्तेमाल ते करन दा तुहानूं मौका देता पर तुहाडी सिੱਖਾਂ ਦੇ ਵਿੱਚ गिनती तां आउंदी जे इन्हां नूं छित्तर नाल इत्थों नवाज के कड्डो। ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਜਾਗੋ ਪਾਰਟੀ ਦੀ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਚੋਣ ਨਿਸ਼ਾਨ ਕਿਤਾਬ ਹੈ ਵੋਟ ਫॉर ਸੇਵਾ। ਸੇਵਾ ਦੇ ਲਈ ਵੋਟ ਮੰਗ ਕਰ ਰਹੇ ਨੇ। ਕਹਿੰਦੇ ਪੰਥ ਪ੍ਰਸਤੀ ਸਾਡੀ ਪਛਾਣ ਹੈ। ਇਹਨਾਂ ਨੇ ਆਪਣੀ ਪਾਰਟੀ ਦੇ ਵੱਲੋਂ ਕੁਝ ਬੀਬੀਆਂ ਨੂੰ ਵੀ ਜਿਹੜਾ ਚੋਣ ਮੈਦਾਨ ਦੇ ਵਿੱਚ ਖੜੇ ਕੀਤਾ ਹੈ। ਪਰ ਮਨਜੀਤ ਸਿੰਘ ਜੀਕੇ ਤੇ ਵੀ ਕਾਫੀ ਇਲਜ਼ਾਮ ਨੇ ਜਿਹੜੇ ਉਹ ਲੱਗਦੇ ਰਹੇ ਨੇ ਤੇ ਲੱਗਦੇ ਰਹਿੰਦੇ ਨੇ। ਇਲਜ਼ਾਮਾਂ ਦੀ ਗੱਲ ਬਾਅਦ ਚੋਂ ਕਰਾਂਗੇ। ਪਹਿਲਾਂ ਇਹ ਕਿਹੜੇ ਮੁੱਦੇ ਨੇ ਜਿਹੜੇ ਉਹਨਾਂ ਦੀ ਗੱਲ ਕਰ ਰਹੇ ਨੇ। ਖਾਸ ਤੌਰ ਤੇ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਨੂੰ ਮੂਹਰੇ ਰੱਖ ਕੇ ਉਹਨਾਂ ਦੇ ਚਿਹਰੇ ਤੇ ਇਹ ਚੋਣਾਂ ਲੜਦੇ ਇਸ ਵਾਰੀ ਦਿਖਾਈ ਦੇ ਰਹੇ ਨੇ। ਕਿਸੇ ਵੀ ਪਾਰਟੀ ਦੇ ਨਾਲ ਗੱਠਜੋੜ ਨਹੀਂ ਕੀਤਾ ਪਰ ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਿਆਂ ਦੇ ਨਾਲ ਗੱਠਜੋੜ ਹੈ ਜਿਹੜਾ ਉਹ ਪੂਰਾ ਉਹਦੇ ਸੰਕੇਤ ਨੇ ਜਿਹੜੇ ਮਿਲਦੇ ਨੇ ਪਰ ਬਾਹਰੀ ਤੌਰ ਤੇ ਜਨਤਕ ਤੌਰ ਤੇ ਕੋਈ ਗੱਠਜੋੜ ਹੈ ਜਿਹੜਾ ਇਹਨਾਂ ਵੱਲੋਂ ਨਹੀਂ ਕੀਤਾ ਗਿਆ। ਧਰਮ ਤੇ ਵਿਰਸੇ ਨਾਲ ਕਹਿੰਦੇ ਅਸੀਂ ਨੌਜਵਾਨਾਂ ਨੂੰ ਜੋੜਿਆ ਸੀਗਾ ਤੇ ਜੋ ਦਿੱਲੀ ਦੇ ਵਿੱਚ ਕਈ ਵੱਡੇ ਪ੍ਰੋਗਰਾਮ ਨੇ ਜਿਹੜੇ ਦਿੱਲੀ ਫਤਿਹ ਦਿਵਸ ਜਾਂ ਫਿਰ ਹੋਰ ਕੁਝ ਸਮਾਗਮ ਸ਼ੁਰੂ ਕੀਤੇ ਸੀ ਮਨਜੀਤ ਸਿੰਘ ਜੀ ਕੇ ਉਹਨਾਂ ਦੇ ਸਿਰ ਤੇ ਵੋਟਾਂ ਮੰਗ ਰਹੇ ਨੇ। ਕਹਿੰਦੇ 1984 ਦੇ ਕਤਲੇਆਮ ਦੇ ਬਾਰੇ ਸੱਚ ਦੀ ਗਵਾਹੀ ਭਰਦੀ ਸੱਚ ਦੀ ਕੰਧ ਦੀ ਸਥਾਪਨਾ ਜਿਹੜੀ ਉਹ ਮੇਰੀ ਅਗਵਾਈ ਵਾਲੀ ਕਮੇਟੀ ਦੇ ਵਿੱਚ ਕੀਤੀ ਸੀ ਤੇ ਆਪਣੇ ਤੇ ਲੱਗੇ ਇਲਜ਼ਾਮਾਂ ਬਾਰੇ ਕਹਿੰਦੇ ਨੇ ਕਿ ਮੈਂ ਇਖਲਾਕੀ ਤੌਰ ਤੇ ਅਸਤੀਫਾ ਦਿੱਤਾ ਤਾਂ ਉਦੋਂ ਦਿੱਤਾ ਜਦੋਂ ਮੇਰੇ ਤੇ ਕੋਈ ਕੇਸ ਵੀ ਦਰਜ ਨਹੀਂ ਸੀ ਪਰ ਸਿਰਸਾ ਤੇ 2 ਕੇਸ ਦਰਜ ਨੇ। ਸਿਰਸਾ ਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ। ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਲਗਾਤਾਰ ਬਾਦਲ ਪਰਿਵਾਰ ਦੇ ਉੱਤੇ ਮਨਜਿੰਦਰ ਸਿੰਘ ਸਿਰਸਾ ਤੇ ਨਿਸ਼ਾਨੇ ਇਸ ਵਾਰ ਦੀਆਂ ਚੋਣਾਂ ਦੇ ਪ੍ਰਚਾਰ ਦੇ ਵਿੱਚ ਉਹਨਾਂ ਨੇ ਸਾਧੇ ਨੇ ਤੇ ਸੰਬੋਧਨ ਹੁੰਦਿਆਂ ਕਿਹਾ ਕਿ ਤੁਹਾਡੇ ਲਈ ਸਿਆਸਤ ਜ਼ਰੂਰੀ ਹੈ, ਗੁਰੂ ਪੰਥ ਜ਼ਰੂਰੀ ਨਹੀਂ ਹੈ, ਗੁਰੂ ਗ੍ਰੰਥ ਜ਼ਰੂਰੀ ਨਹੀਂ ਹੈ, ਅਕਾਲ ਤਖਤ ਜ਼ਰੂਰੀ ਨਹੀਂ ਹੈ, ਸਿਰਫ ਚੋਣਾਂ ਤੁਹਾਡੇ ਲਈ ਜ਼ਰੂਰੀ ਨੇ। ਭਾਈਚਾਰੇ ਦੇ ਵਿੱਚੋਂ ਭੁੱਲੇ ਵਿਸਰੇ ਲੋਕਾਂ ਦੀ ਬਾਹ ਫੜਨ ਦੇ ਲਈ ਮੈਨੂੰ ਤੁਸੀਂ ਵੋਟਾਂ ਦਿਓ। ਯਾਨੀ ਕਿ ਜਿਹੜੇ ਸਿੱਕਲੀਗਰ ਸਿੱਖ ਭਾਈਚਾਰਾ ਹੈ ਉਹਨਾਂ ਦੇ ਨਾਮ ਦੇ ਉੱਤੇ ਵੋਟਾਂ ਲੈਂਦੇ ਮਨਜੀਤ ਸਿੰਘ ਜੀ ਕੇ ਨਜ਼ਰ ਆਏ ਨੇ। ਇੱਕ ਪਾਰਟੀ ਉਹ ਹੈ ਜਿਹਨੇ 2 ਸੰਗਰਾਮ ਮਨਾਏ, जिन्हें 2 गुरपुरब मनाए, अकाल तख्त के खिलाफ जिहाद छेड़िया। एक पार्टी वो है जिसने अकाली दल नूं अपनी सत्ता अपनी वजीरी बचाने वास्ते गुरु ग्रंथ साहब नूं पिट दिखाई होवे, डेरियां नूं माफी दित्ती होवे। एक पार्टी ये है जिहड़ी गुरु ग्रंथ साहब नाल खड़ी है।
ਤੋ ਮਨਜੀਤ ਸਿੰਘ ਜੀਕੇ ਦਾ ਵਾਹ ਵੀ ਕਾਫੀ ਵਿਵਾਦਾਂ ਦੇ ਨਾਲ ਰਿਹਾ। ਮਨਜੀਤ ਸਿੰਘ ਜੀਕੇ ਤੇ ਕਈ ਘੁਟਾਲਿਆਂ ਦੇ ਇਲਜ਼ਾਮ ਲੱਗੇ ਨੇ, ਗੋਲਕ ਦੇ ਵਿੱਚੋਂ ਘੁਟਾਲਾ ਕਰਨ ਦੇ ਇਲਜ਼ਾਮ ਲੱਗੇ ਨੇ, ਆਪਣੇ ਧੀ ਜਵਾਈ ਅਤੇ ਪੁੱਤਰ ਦਾ ਕਾਰੋਬਾਰ ਖੜਾ ਕਰਨ ਦੇ ਜਿਹੜੇ ਇਲਜ਼ਾਮ ਮਨਜੀਤ ਸਿੰਘ ਜੀਕੇ ਤੇ ਲੱਗੇ ਨੇ ਤੇ ਪ੍ਰੋਪਰ ਇਹਨਾਂ ਦੇ ਉੱਤੇ ਜਿਹੜਾ ਬਾਕਾਇਦਾ ਇੱਕ ਪਰਚਾ ਵੀ ਦਰਜ ਹੋਇਆ। ਸੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਮਨਜੀਤ ਸਿੰਘ ਜੀਕੇ ਦੇ ਖਿਲਾਫ ਥਾਣਿਆਂ ਦੇ ਵਿੱਚ ਪਰਚੇ ਦਰਜ ਹੋਏ ਨੇ। ਇਹ ਵੀ ਚੋਣਾਂ ਦੇ ਵਿੱਚ ਨਿਤਰੇ ਹੋਏ ਨੇ। ਤੇ ਗੱਲ ਸਿੱਖ ਸਦਭਾਵਨਾ ਦਲ ਦੀ ਵੀ ਕਰਾਂਗੇ। ਸਿੱਖ ਸਦਭਾਵਨਾ ਦਲ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਕਿ ਸਾਬਕਾ ਹਜ਼ੂਰੀ ਰਾਗੀ ਨੇ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨਿਭਾ ਚੁੱਕੇ ਨੇ ਅਤੇ ਇਹ ਵੀ ਦਿੱਲੀ ਕਮੇਟੀ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ। ਇਹਨਾਂ ਨੇ ਵੀ ਆਪਣੇ ਜਿਹੜੇ ਉਮੀਦਵਾਰ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ, ਵੱਖ-ਵੱਖ ਹਲਕਿਆਂ ਦੇ ਵਿੱਚ ਖੜੇ ਕੀਤੇ ਨੇ। ਟੇਬਲ ਲੈਂਪ ਇਹਨਾਂ ਦਾ ਚੋਣ ਨਿਸ਼ਾਨ ਹੈ। ਕਿਸੇ ਵੀ ਪਾਰਟੀ ਦੇ ਨਾਲ ਗੱਠਜੋੜ ਨਹੀਂ ਕੀਤਾ। ਆਪਣੇ ਬਲਬੂਤੇ ਦੇ ਉੱਤੇ ਸੰਗਤ ਦੇ ਸਹਿਯੋਗ ਦੇ ਨਾਲ ਚੋਣਾਂ ਲੜ ਰਹੇ ਨੇ। ਪਿਛਲੀ ਵਾਰੀ ਵੀ ਇਹ ਚੋਣ ਮੈਦਾਨ ਦੇ ਵਿੱਚ ਨਿਤਰੇ ਸੀਗੇ ਤੇ ਇਸ ਵਾਰ ਵੀ ਇਹ ਆਪਣੇ ਬਲਬੂਤੇ ਦੇ ਉੱਤੇ ਨਿਤਰੇ ਹੋਏ ਨੇ ਤੇ ਹੁਣ ਸੰਗਤ ਦੇ ਹੱਥ ਦੇ ਵਿੱਚ ਹੈ ਕਿ ਸੰਗਤ ਨੇ ਕਿਹੜੀ ਪਾਰਟੀ ਨੂੰ ਚੁਣਨਾ ਹੈ। ਰਾਜਨੀਤਿਕ ਬੰਦੇ ਹੋਟਲਾਂ 'ਚ ਜਾ ਕੇ ਬੰਦੇ ਅਨਾਉਂਸ ਕਰਦੇ, ਅਸੀਂ ਆਪਣੇ ਸੇਵਾਦਾਰ ਅਨਾਉਂਸ ਕਰਨੇ, ਚੌਧਰੀ ਨਹੀਂ। ਇਹਨਾਂ ਦੇ ਬੰਦੇ ਜਦੋਂ ਮੈਂਬਰ ਬਣਦੇ ਨੇ ਤੇ ਪਹਿਲਾਂ ਇਨੋਵਾ ਗੱਡੀ ਲੈ ਕੇ ਦਿੰਦੇ, ਜਿਵੇਂ ਕਿਸੇ ਕਾਰਪੋਰੇਟ ਘਰਾਣੇ ਦਾ ਜਾਂ ਕਿਸੇ ਸਰਕਾਰ ਦਾ ਮੰਤਰੀ ਲੱਗਣਾ ਹੋਵੇ। ਪਰ ਅਸੀਂ ਇੰਜ ਨਹੀਂ ਕਰਨ ਵਾਲੇ। ਤੇ ਸੰਗਤ ਜੀ, ਅਸੀਂ ਤਾਂ ਤੁਹਾਡੇ ਵਿੱਚ ਹੀ ਬਹਿ ਕੇ ਫੈਸਲੇ ਕਰਦੇ ਆ, ਇਨਹੀ ਕੀ ਕਿਰਪਾ ਕੇ। ਸੰਗਤ ਦੀ ਗੱਲ ਕਰ ਲਈਏ ਕਿ ਸੰਗਤ ਦਿੱਲੀ ਦੀ ਚਾਹੁੰਦੀ ਕੀ ਹੈ। ਸੰਗਤ ਚਾਹੁੰਦੀ ਹੈ ਮੁਫਤ ਪੜ੍ਹਾਈ ਦਿੱਤੀ ਜਾਵੇ ਲੋੜਵੰਦ ਪਰਿਵਾਰਾਂ ਨੂੰ। ਰੁਜ਼ਗਾਰ ਜਿਹੜਾ ਉਹ ਪਹਿਲੇ ਨੰਬਰ ਤੇ ਹੋਣਾ ਚਾਹੀਦਾ ਹੈ। ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰੱਖੇ। ਜਿਹੜੀ ਵੀ ਕਮੇਟੀ ਆਵੇ ਆਪਣੇ ਘਰ ਨਾ ਭਰਨ ਲੀਡਰ ਨੇ ਜਿਹੜੇ। ਹੁਣ ਤੱਕ ਸੰਗਤ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੈ ਕਿ ਮੌਜੂਦਾ ਕਮੇਟੀ ਦੇ ਵਿੱਚ ਵੀ ਜਿਹੜੇ ਕਈ ਉੱਚੇ ਅਹੁਦਿਆਂ ਦੇ ਉੱਤੇ ਲੀਡਰ ਹੈਗੇ ਨੇ, ਉਹ ਕੁਝ ਕੁ ਸਾਲ ਪਹਿਲਾਂ ਕਿੱਥੇ ਖੜੇ ਹੁੰਦੇ ਸੀ ਤੇ ਅੱਜ ਉਹ ਕਿੱਥੇ ਸਟੈਂਡ ਕਰ ਰਹੇ ਨੇ। ਇੰਨੀ ਧਨ ਦੌਲਤ ਹੈ ਜਿਹੜੀ ਉਹ ਆਖਿਰਕਾਰ ਕਿੱਥੋਂ ਆ ਜਾਂਦੀ ਹੈ ਜੇ ਤੁਸੀਂ ਕਮੇਟੀ ਦੇ ਸੇਵਾਦਾਰ ਹੋ। ਜੇ ਤੁਸੀਂ ਗੋਲਕਾਂ ਦੇ ਵਿੱਚੋਂ ਸੰਨ ਨਹੀਂ ਲਾਉਂਦੇ ਤਾਂ ਆਖਿਰਕਾਰ ਤੁਹਾਡੇ ਕੋਲੇ ਮਹਿੰਗੀਆਂ ਗੱਡੀਆਂ ਤੇ ਆਲੀਸ਼ਾਨ ਘਰ ਨੇ ਜਿਹੜੇ ਉਹ ਕਿੱਥੋਂ ਆ ਜਾਂਦੇ ਨੇ ਤੇ ਇੰਨੀ ਜਿਹੜੀ ਹੈਂਕੜ ਹੈ, ਇੰਨਾ ਮਨ ਦੇ ਵਿੱਚ ਹੰਕਾਰ ਹੈ, ਉਹ ਕਿੱਥੋਂ ਆ ਜਾਂਦਾ ਹੈ। ਇਹ ਸੰਗਤ ਜਵਾਬ ਮੰਗਦੀ ਹੈ। ਸੰਗਤ ਇਹ ਵੀ ਮੰਗ ਕਰਦੀ ਹੈ ਕਿ ਕਮੇਟੀ ਦੇ ਵੱਲੋਂ ਇੱਕ ਇਹੋ ਜਿਹਾ ਸਟੋਰ ਵੀ ਖੋਲ੍ਹਿਆ ਜਾਣਾ ਚਾਹੀਦਾ ਹੈ ਜਿਹਦੇ ਵਿੱਚ ਜ਼ਰੂਰਤ ਦਾ, ਰੋਜ਼ਾਨਾ ਦੀਆਂ ਲੋੜਾਂ ਦਾ ਸਾਰਾ ਸਮਾਨ ਹੈ ਜਿਹੜਾ ਉਹ ਮਿਲਦਾ ਹੋਵੇ ਤੇ ਸਸਤੇ ਭਾਅ ਦੇ ਉੱਤੇ ਲੋੜਵੰਦ ਸਿੱਖ ਪਰਿਵਾਰਾਂ ਨੂੰ ਦਿੱਤਾ ਜਾਵੇ। ਤੇ ਸੰਗਤ ਇਹ ਵੀ ਚਾਹੁੰਦੀ ਹੈ ਧਰਮ ਪ੍ਰਚਾਰ ਵੱਲ ਧਿਆਨ ਦਿੱਤਾ ਜਾਵੇ। ਧਰਮ ਪ੍ਰਚਾਰ ਦਾ ਜਿਹੜਾ ਦਿੱਲੀ ਦੇ ਵਿੱਚ ਮੰਦਾ ਹਾਲ ਹੈ, ਉਸ ਤੋਂ ਦਿੱਲੀ ਦੀ ਸੰਗਤ ਹੈ ਜਿਹੜੀ ਜ਼ਰੂਰ ਵਾਕਿਫ ਹੈ। ਵਿੱਦਿਆ ਦੇ ਨਾਲ ਨਾਲ ਇਲਾਜ ਦੀ ਵੀ ਗੱਲ ਕੀਤੀ ਹੈ ਕਿ ਇਲਾਜ ਵੱਲ ਵੀ ਧਿਆਨ ਦਿੱਤਾ ਜਾਵੇ। ਹਸਪਤਾਲਾਂ ਦੇ ਵਿੱਚ ਹੁਣ ਤੱਕ ਘੁਟਾਲੇ ਹੀ ਸੰਗਤ ਕਹਿੰਦੀ ਅਸੀਂ ਦੇਖੇ ਹੈ, ਪਰ ਹਸਪਤਾਲਾਂ ਦੇ ਵਿੱਚੋਂ ਇਲਾਜ ਹੈ ਜਿਹੜਾ ਉਹ ਨਹੀਂ ਮਿਲ ਰਿਹਾ। ਸੰਗਤ ਇਹ ਵੀ ਮੰਨਦੀ ਹੈ ਕਿ VOTING ਸਿਸਟਮ ਹੋਣਾ ਹੀ ਨਹੀਂ ਚਾਹੀਦਾ। ਜੇ VOTING ਸਿਸਟਮ ਹੈ, ਇਸੇ ਕਰਕੇ ਧੜੇਬੰਦੀ ਹੈ ਜਿਹੜੀ ਉਹ ਵਧੀ ਹੋਈ ਹੈ। ਪੰਥ ਹੈ ਜਿਹੜਾ ਉਹ ਸਿਆਸੀ ਪਾਰਟੀਆਂ ਦੇ ਕਰਕੇ ਵੰਡਿਆ ਗਿਆ ਕਿਉਂਕਿ VOTING ਸਿਸਟਮ ਹੈ। ਜਿਹੜੀ ਕਮੇਟੀ ਦੀ ਚੋਣ ਹੈ ਉਸ ਦਾ ਜਿਹੜਾ ਆਧਾਰ ਹੈ ਵੋਟਾਂ ਨਹੀਂ ਹੋਣੀਆਂ ਚਾਹੀਦੀਆਂ। ਸੰਗਤ ਨੂੰ ਇਹ ਵੀ ਤਕਲੀਫ ਹੈ, ਵੀ ਰੰਜ ਹੈ ਕਿ ਸੰਗਤ ਦਾ ਪੈਸਾ ਸਹੀ ਥਾਂ ਤੇ ਨਹੀਂ ਲੱਗਦਾ। ਦਿੱਲੀ ਦੀ ਸੰਗਤ ਤਾਂ ਅੰਨਾ ਪੈਸਾ ਜਿਹੜਾ ਉਹ ਗੁਰਦੁਆਰਿਆਂ ਦੇ ਵਿੱਚ ਦਾਨ ਕਰਦੀ ਹੈ ਤਾਂ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ, ਧਰਮ ਦਾ ਪ੍ਰਚਾਰ ਹੋਵੇ, ਵਿੱਦਿਆ ਦਾ ਪ੍ਰਸਾਰ ਹੋਵੇ, ਇਲਾਜ ਦੇ ਲਈ ਪੈਸਾ ਲੱਗੇ, ਪਰ ਇਹ ਪੈਸਾ ਨਹੀਂ ਲੱਗ ਰਿਹਾ। ਸੰਗਤ ਨੂੰ ਮਾਯੂਸੀ ਹੈ ਕਿ ਮੈਨੀਫੈਸਟੋ ਦੇ ਵਿੱਚ ਜੋ ਕੰਮ ਇਹਨਾਂ ਦੇ ਵੱਲੋਂ ਦਿਖਾਏ ਜਾਂਦੇ ਨੇ ਉਹ ਨਹੀਂ ਕੀਤੇ ਜਾ ਰਹੇ। ਚਾਹੇ ਕੋਈ ਵੀ ਕਮੇਟੀ ਹੋਵੇ, ਜੋ ਕੰਮ, ਜੋ ਵਾਅਦੇ ਕੀਤੇ ਜਾਂਦੇ ਨੇ ਉਹ ਨਹੀਂ ਕੀਤੇ ਜਾ ਰਹੇ। ਸੋ ਇਸ ਖਾਸ ਰਿਪੋਰਟ ਦੇ ਅਖੀਰ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਖਿਰਕਾਰ ਹੈ ਕੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਖੁਦ ਮੁਖਤਿਆਰ ਸੰਸਥਾ ਹੈ ਜੋ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਹੈ। ਖੁਦ ਮੁਖਤਿਆਰੀ ਤੋਂ ਮਤਲਬ ਹੈ ਕਿ ਇਸ ਕਮੇਟੀ ਦੀਆਂ ਚੋਣਾਂ ਨੇ ਉਹ ਕੇਂਦਰ ਦੇ ਹੱਥ ਵਿੱਚ ਨਹੀਂ ਹੈਗੀਆਂ। ਜਿਵੇਂ SGPC ਦੀਆਂ ਚੋਣਾਂ ਦਾ ਫੈਸਲਾ ਕੇਂਦਰ ਦੇ ਹੱਥ ਵਿੱਚ ਹੁੰਦਾ ਹੈ ਕਿ ਕਦੋਂ ਕਰਾਉਣੀਆਂ ਨੇ। ਇਸ ਕਰਕੇ ਹਾਲੇ ਤੱਕ ਇੱਕ ਦਹਾਕਾ ਹੋ ਗਿਆ ਵੋਟਾਂ ਨਹੀਂ ਪੈ ਰਹੀਆਂ, ਪਰ ਦਿੱਲੀ ਕਮੇਟੀ ਦੀਆਂ ਵੋਟਾਂ ਨੇ ਜਿਹੜੀਆਂ ਹਰ 4 ਸਾਲ ਬਾਅਦ ਪੈਂਦੀਆਂ ਨੇ। DSGMC ਦਿੱਲੀ ਦੇ ਵਿੱਚ ਵੱਖ-ਵੱਖ ਵਿਦਿਅਕ ਸੰਸਥਾਵਾਂ, ਹਸਪਤਾਲਾਂ, ਬਿਰਧ ਆਸ਼ਰਮਾਂ, ਲਾਇਬ੍ਰੇਰੀਆਂ ਤੇ ਹੋਰ ਚੈਰੀਟੇਬਲ ਸੰਸਥਾਵਾਂ ਦੀ ਵੀ ਮੈਨੇਜਮੈਂਟ ਕਰਦੀ ਹੈ। ਮੁੱਖ ਦਫ਼ਤਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੈ ਜੋ ਸੰਸਦ ਭਵਨ ਦੇ ਨੇੜੇ ਹੈ। ਕਮੇਟੀ ਦੀ ਵੈਬਸਾਈਟ ਦੇ ਮੁਤਾਬਿਕ 1971 ਦੇ ਵਿੱਚ ਭਾਰਤ ਸਰਕਾਰ ਨੇ ਇੱਕ ਆਰਡੀਨੈਂਸ ਰਾਹੀਂ 5 ਮੈਂਬਰੀ ਗੁਰਦੁਆਰਾ ਬੋਰਡ ਨੂੰ ਪ੍ਰਬੰਧ ਸੌਂਪਿਆ ਸੀ।
ਆਰਡੀਨੈਂਸ ਦੀ ਥਾਂ ਸੰਸਦ ਵੱਲੋਂ ਪਾਸ ਕੀਤੇ ਗਏ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਨੇ ਲੈ ਲਈ, ਜਿਸ ਵਿੱਚ ਸਿੱਖ ਵੋਟਾਂ ਦੁਆਰਾ ਇੱਕ ਕਮੇਟੀ ਦੀ ਚੋਣ ਕਰਨ ਦਾ ਪ੍ਰਬੰਧ ਕੀਤਾ ਗਿਆ। ਚੋਣਾਂ ਸਰਕਾਰੀ ਅਥਾਰਟੀ ਦੀ ਨਿਗਰਾਨੀ ਹੇਠ ਹੋਈਆਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਂ ਦੀ ਨਵੀਂ ਸੰਸਥਾ 1974 ਵਿੱਚ ਹੋਂਦ ਵਿੱਚ ਆਈ ਸੀ। ਤੇ ਇਹਨਾਂ ਚੋਣਾਂ ਦੇ ਲਈ ਵੋਟਾਂ ਕੌਣ ਪਾ ਸਕਦਾ ਹੈ? ਜਿਹੜੇ ਵੋਟਰ ਨੇ ਉਹਨਾਂ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ। ਵੋਟਰ ਹੈ ਜਿਹੜਾ ਉਹ ਸਾਬਤ ਸੂਰਤ ਹੋਣਾ ਚਾਹੀਦਾ ਹੈ, ਯਾਨੀ ਕਿ ਬੀਬੀਆਂ ਹੋਣ ਚਾਹੇ ਬੰਦੇ ਹੋਣ, ਉਹ ਪੂਰੀ ਤਰ੍ਹਾਂ ਦੇ ਨਾਲ ਸਾਬਤ ਸੂਰਤ ਹੋਣੇ ਚਾਹੀਦੇ ਨੇ। ਕੇਸਾਂ ਦੀ ਬੇਅਦਬੀ ਉਹਨਾਂ ਨੇ ਨਹੀਂ ਕੀਤੀ ਹੋਣੀ ਚਾਹੀਦੀ। ਤੇ ਜਿਹੜੇ ਆਪਾਂ ਕਹਿ ਸਕਦੇ ਸਹਿਜਧਾਰੀ ਸਿੱਖ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਹਾਲਾਂਕਿ ਸਿੱਖ ਧਰਮ ਦੇ ਵਿੱਚ ਇਸ ਸ਼ਬਦ ਦੀ ਕੋਈ ਮਾਨਤਾ ਨਹੀਂ ਹੈ ਕਿ ਜਿਨ੍ਹਾਂ ਨੇ ਕੇਸ ਕਤਲ ਕੀਤੇ ਹੋਏ ਨੇ, ਜਿਹੜੇ ਸਾਬਤ ਸੂਰਤ ਨਹੀਂ ਹੈਗੇ, ਉਹ ਕਮੇਟੀ ਦੀਆਂ ਵੋਟਾਂ ਨੇ ਜਿਹੜੀਆਂ ਨਹੀਂ ਪਾ ਸਕਦੇ। ਤੇ ਜਿਹੜੇ ਉਮੀਦਵਾਰ ਹੈਗੇ ਨੇ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਸਾਬਤ ਸੂਰਤ ਅਤੇ ਅੰਮ੍ਰਿਤਧਾਰੀ ਹੋਣੇ ਚਾਹੀਦੇ ਨੇ। ਉਮੀਦਵਾਰਾਂ ਦੇ ਲਈ ਜ਼ਰੂਰੀ ਹੈ ਅੰਮ੍ਰਿਤਧਾਰੀ ਹੋਣੇ ਚਾਹੀਦੇ ਨੇ, ਪਤਿਤ ਨਹੀਂ ਹੋਣੇ ਚਾਹੀਦੇ। ਅਤੇ ਉਹਨਾਂ ਨੇ ਖਾਸ ਤੌਰ ਤੇ ਜਿਹੜਾ ਦਾੜੀ ਰੰਗਣ ਵਾਲੇ ਉਮੀਦਵਾਰ ਨੇ ਉਹ ਵੀ ਇਹਨਾਂ ਵੋਟਾਂ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ। ਸੋ ਇਹ ਜਿਹੜੀਆਂ ਸ਼ਰਤਾਂ ਹੈਗੀਆਂ ਨੇ, ਇਹਨਾਂ ਦੀ ਕਿੰਨੀ ਕੁ ਪਾਲਣਾ ਵੋਟਰ ਤੇ ਕਿੰਨੀ ਕੁ ਪਾਲਣਾ ਉਮੀਦਵਾਰ ਕਰਦੇ ਨੇ, ਇਹ ਤਾਂ ਹੁਣ ਦਿੱਲੀ ਦੇ ਸਿੱਖ ਵੋਟਰ ਅਤੇ ਦਿੱਲੀ ਦੇ ਉਮੀਦਵਾਰ ਹੀ ਜਾਣਦੇ ਨੇ। ਸੋ ਕੱਲ ਨੂੰ ਕਮੇਟੀ ਦੀਆਂ ਵੋਟਾਂ ਪੈਣਗੀਆਂ, 25 ਤਰੀਕ ਨੂੰ ਨਤੀਜਾ ਆਏਗਾ। ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਅਤੇ ਧਰਮ ਪ੍ਰਚਾਰ ਕਰਨ ਵਾਲੀ ਕਮੇਟੀ ਇਸ ਵਾਰੀ ਸੰਗਤ ਕਿਹਦੇ ਹੱਥਾਂ ਦੇ ਵਿੱਚ ਸੌਂਪਦੀ ਹੈ, ਇਹ 25 ਤਰੀਕ ਨੂੰ ਦੇਖਾਂਗੇ। ਧੰਨਵਾਦ।